ओके, सो जो आप क्वेश्चन देखिए, द ग्राफ below shows the amount of money spent on books in Germany, France, Italy, and Austria between 1995 and 2005. So almost ठीक है, 1995 तो डिकेड हो गया, एक 10 ਸਾਲਾਂ ਦਾ 10-11 ਸਾਲਾਂ ਦਾ ਟਾਈਮ ਪੀਰੀਅਡ ਹੋ ਗਿਆ, 1 2 3 4 5 6 7 8 9 10 11 ਇਅਰਸ ਦਾ। ਤੇ ਇਹਦੇ ਵਿੱਚ ਪੈਸਾ ਜਿਹੜਾ ਖਰਚਾ ਕੀਤਾ ਗਿਆ ਹੈ ਬੁੱਕਸ ਦੇ ਉੱਤੇ, ਤੇ ਆ ਕੰਟਰੀਜ਼ ਹੈ ਜਰਮਨੀ, ਫਰਾਂਸ, ਇਟਲੀ ਤੇ ਆਸਟਰੀਆ। ਇਹ ਐਕਚੁਅਲੀ ਯੂਰਪੀਅਨ ਕੰਟਰੀਜ਼ ਹੈ। ਤੇ ਆਪਾਂ ਦੇਖ ਸਕਦੇ ਹਾਂ ਕਿ ਫਸਟ ਵੈਲਿਊ ਹੈ ਜਿਹੜੀ ਬਾਕਸ ਵਾਲੀ, ਇਹ ਜਰਮਨੀ ਦੀ ਹੈ। ਤੇ ਜਰਮਨੀ 80, ਇਹ ਜੋ ਡਾਟਾ ਹੈ ਉਹ ਮਿਲੀਅਨ ਡਾਲਰਸ ਦੇ ਵਿੱਚ ਹੈ, ਯੂਐਸ ਮਿਲੀਅਨ ਡਾਲਰਸ ਦੇ ਵਿੱਚ। 80 ਤੋਂ ਸਟਾਰਟ ਹੋ ਕੇ ਇੱਥੇ ਥੋੜੀ ਦੇਰ ਕਾਂਸਟੈਂਟ ਰਿਹਾ, ਫਿਰ ਨੀਚੇ ਡ੍ਰੌਪ ਹੋ ਗਿਆ, ਤੇ ਫਿਰ ਫਾਈਨਲੀ ਲਾਸਟ ਈਅਰ 2005 ਦੇ ਵਿੱਚ ਇਹ 95 ਮਿਲੀਅਨ ਯੂਐਸ ਡਾਲਰ 'ਚ ਪਹੁੰਚ ਗਿਆ। ਫਰਾਂਸ ਦੀ ਜੇ ਆਪਾਂ ਗੱਲ ਕਰੀਏ, ਸੈਕੰਡ ਨੰਬਰ ਤੇ ਫਰਾਂਸ ਆਉਂਦਾ ਹੈ। ਉਹ 55 ਤੋਂ ਸਟਾਰਟ ਹੋਇਆ ਤੇ ਕੰਟੀਨਿਊਸਲੀ ਵਧਿਆ, ਇੱਥੇ ਵੀ ਵਧਿਆ, ਇੱਥੇ ਕਾਂਸਟੈਂਟ ਰਿਹਾ, ਬਟ ਫਿਰ ਇੱਥੇ ਪਹੁੰਚ ਕੇ ਇਹ 75 ਤੱਕ ਪਹੁੰਚ ਗਿਆ। ਇਟਲੀ ਦੀ ਗੱਲ ਕਰੀਏ ਸਰਕਲ ਦੀ, ਤੇ ਇਹ 50 ਤੋਂ ਸ਼ੁਰੂ ਹੋਇਆ, ਥੋੜਾ ਵਧਿਆ ਸੀ, ਫਿਰ ਨੀਚੇ ਆ ਗਿਆ, ਦੈਨ ਅਗੇਨ ਇਹ ਕੰਟੀਨਿਊਸਲੀ ਵਧ ਕੇ ਆਲਮੋਸਟ ਸਲਾਈਟਲੀ ਬਿਲੋ 65 ਹੈ, ਜਾਂ 60 ਤੋਂ ਥੋੜਾ ਜਿਹਾ ਉੱਪਰ ਹੈ। ਤੇ ਆਸਟਰੀਆ ਹੈ ਜੇ ਆਪਾਂ ਉਹਦੀ ਗੱਲ ਕਰੀਏ ਤਾਂ ਇਹਨੇ ਸਭ ਤੋਂ ਘੱਟ ਐਕਸਪੈਂਡੀਚਰ ਕੀਤਾ ਹੈ ਬੁੱਕਸ ਦੇ ਉੱਤੇ, ਰੀਡਿੰਗ ਦੇ ਉੱਤੇ, ਤੇ ਦੈਨ ਇਨਕਰੀਜ਼ ਹੋਇਆ, ਕਾਂਸਟੈਂਟ ਰਿਹਾ। ਸੋ 40 ਤੋਂ ਨੀਚੇ ਸੀ, ਇੱਥੇ ਤੱਕ ਤਾਂ ਲੋਐਸਟ ਰਿਹਾ। ਉਸ ਤੋਂ ਬਾਅਦ ਇਹਦੇ ਵਿੱਚ ਇਨਕਰੀਜ਼ ਹੋਇਆ, ਤੇ ਇਹ ਐਟ ਦਾ ਐਂਡ ਆਲਮੋਸਟ 70 ਦੇ ਕਰੀਬ ਪਹੁੰਚ ਗਿਆ। 70 ਮਿਲੀਅਨ ਡਾਲਰ ਦੇ ਵਿੱਚ ਇਹਨੇ ਖਰਚਾ ਕੀਤਾ। ਇਹਦੇ ਵਿੱਚ ਜਿਹੜਾ ਆ ਇਨਕਰੀਜ਼ ਹੈ, ਇਸ ਇਨਕਰੀਜ਼ ਨੂੰ ਆਪਾਂ, ਸੋ ਜਿਹੜੀ ਆ ਵੈਲਿਊ ਜਾਂਦੀ ਹੈ ਉੱਪਰ ਨੂੰ, ਇੱਥੇ ਸਿਗਨੀਫੀਕੈਂਟ ਦੱਸ ਸਕਦੇ ਹਾਂ। ਹੁਣ ਜੇ ਆਪਾਂ ਐਕਚੁਅਲੀ ਚੈੱਕ ਕਰੀਏ ਟ੍ਰੈਂਡ ਦੇ ਬਾਰੇ, ਕੰਟੀਨਿਊਸ ਵੀ ਕਹਿ ਸਕਦੇ ਇਹਨੂੰ। ਕੰਟੀਨਿਊਸ ਹੈ ਬਿਲਕੁਲ, ਇੱਥੋਂ ਇੱਥੇ ਤੱਕ ਕੰਟੀਨਿਊਸ ਹੈ, ਬਟ ਇਹ ਹੈ 4 ਇਅਰਸ ਹੈ, ਬਿਲਕੁਲ ਸਿਗਨੀਫੀਕੈਂਟ ਹੈ ਤੇ ਕੰਟੀਨਿਊਸ ਹੈ, ਕਹਿ ਸਕਦੇ ਹਾਂ ਆਪਾਂ ਬਿਲਕੁਲ। ਹੁਣ ਜੇ ਆਪਾਂ ਟ੍ਰੈਂਡ ਦੀ ਗੱਲ ਕਰੀਏ ਤਾਂ ਸਾਰਿਆਂ ਦੇ ਵਿੱਚ ਕੀ ਇਨਕਰੀਜ਼ ਹੋਇਆ? ਯੈਸ, ਜਰਮਨੀ ਦੇ ਵਿੱਚ ਪਹਿਲਾਂ 80 ਸੀਗਾ, 95 ਹੋ ਗਿਆ। ਯੈਸ, ਜਰਮਨੀ ਦੇ ਵਿੱਚ ਇਨਕਰੀਜ਼ ਹੋਇਆ। ਜੇ ਆਪਾਂ ਫਰਾਂਸ ਦੀ ਗੱਲ ਕਰੀਏ, 55 ਤੋਂ ਲੈ ਕੇ 75 ਹੋਇਆ, ਫਰਾਂਸ ਦੇ ਵਿੱਚ ਵੀ ਇਨਕਰੀਜ਼ ਹੋਇਆ। ਇਟਲੀ ਦੀ ਗੱਲ ਕਰੀਏ, ਇਟਲੀ ਸੀਗਾ 50 ਤੇ ਇਹ ਹੋਇਆ 65, ਇਹਦੇ ਵਿੱਚ ਵੀ ਇਨਕਰੀਜ਼ ਹੋਇਆ। ਆਸਟਰੀਆ ਜਿਹੜਾ ਸਟਾਰਟਿੰਗ 30 ਸੀਗਾ ਤੇ ਪਿੱਛੇ ਪਹੁੰਚ ਗਿਆ 70, ਇਹ ਵੀ ਕਾਫੀ ਇਨਕਰੀਜ਼ ਹੋਇਆ, ਤੇ ਇਹ ਚ ਸਿਗਨੀਫੀਕੈਂਟ ਇਨਕਰੀਜ਼ ਕਾਫੀ ਹੋਇਆ ਐਂਡ ਦੇ ਵਿੱਚ, ਕਿਉਂਕਿ ਸਟਾਰਟਿੰਗ ਤਾਂ ਸਿਰਫ 30 ਤੋਂ 40 ਤੱਕ ਸੀਗਾ। ਸੋ ਦੈਟ ਮੀਨਸ ਸਾਰਿਆਂ ਚ ਹੀ ਇਨਕਰੀਜ਼ ਹੋਇਆ। ਹੁਣ ਜੇ ਆਪਾਂ ਇਹਨੂੰ ਐਕਸਪਲੇਨ ਕਰੀਏ, ਇਹਦੇ ਆਪਾਂ 4 ਬੋਡੀ ਪੈਰਾਸ ਬਣਾਵਾਂਗੇ, 4 ਪੈਰਾਗ੍ਰਾਫਸ ਬਣਾਵਾਂਗੇ। ਇੰਟਰੋਡਕਸ਼ਨ, ਬੋਡੀ ਪੈਰਾ 1, ਬੋਡੀ ਪੈਰਾ 2 ਤੇ ਬੋਡੀ ਪੈਰਾ ਕੰਕਲੂਜਨ। ਸੋ ਜੇ ਆਪਾਂ ਇੰਟਰੋਡਕਸ਼ਨ ਲਿਖੀਏ, ਇੰਟਰੋਡਕਸ਼ਨ ਦੇ ਵਿੱਚ ਆਪਾਂ ਪੈਰਾਫਰੇਜ਼ਿੰਗ ਕਰਾਂਗੇ, ਇਹਦੀ ਪੈਰਾਫਰੇਜ਼ਿੰਗ ਕਰਦੇ हैं। सो स्पेसिफिकली एक केड़ा ग्राफ है? लाइन ग्राफ। सो आप लिखांगे the provided या the given या the rendered line graph। उस बाद जिहड़ी verb है इत्थे shows लिखा होया है, आप ओदी जगह कंपेयर्स वर्ड लिख सकते हैं, इलिस्ट्रेट्स लिख सकते हैं, रिप्रेजेंट्स लिख सकते हैं, डिपिक्ट्स लिख सकते हैं, डेमोन्स्ट्रेट्स लिख सकते हैं, कोई भी एक वर्ब यूज करांगे। उस बाद है द अमाउंट ऑफ मनी स्पेंट ऑन बुक्स इन जर्मनी, फ्रांस, इटली एंड ऑस्ट्रिया बिटवीन 1995 एंड 2005। सो इत्थे आपां लिखांगे कंपेयर्स। मोस्ट लाइकली आपां इहनूं हाउ मच च कन्वर्ट कर सकते हैं, हाउ मच money या how much money ਦੀ ਜਗ੍ਹਾ ਆਪਾਂ expenditure was done। so how much expenditure was done in on books, on
बुक्स। जे आप बुक्स नहीं लिखना तो आपको एक और ऑप्शन है, आंसर इज रीडिंग। ठीक है, सर पब्लिकेशन भी लिख सकते हैं। पब्लिकेशंस पॉसिबल है। आई वुड सजेस्ट कि रीडिंग वुड बी बेटर। ठीक है सर। ਸੋ ਜਿਹੜੀਆਂ ਕੰਟਰੀਜ਼ ਹੈ ਉਹਨੂੰ ਆਪਾਂ ਲਿਖ ਸਕਦੇ ਹਾਂ ਸਪੈਸੀਫਿਕਲੀ ਜਰਮਨੀ, ਫਰਾਂਸ, ਇਟਲੀ ਐਂਡ ਆਸਟ੍ਰੇਲੀਆ, ਜਾਂ ਆਪਾਂ ਨੂੰ ਪਤਾ ਹੈ ਚਾਰੋਂ ਦੀਆਂ ਚਾਰੋਂ ਕੰਟਰੀਜ਼ ਯੂਰਪ ਦੀਆਂ ਹੈ, ਸੋ ਵੀ ਕੈਨ ਸੇ ਇਨ यूरोपियन यूरोपियन नेशंस। नेशंस ਜਾਂ ਕੰਟਰੀਜ਼। ਬਿਟਵੀਨ ਦੀ ਜਗ੍ਹਾ ਆਪਾਂ ਲਿਖਾਂਗੇ ਫਰੋਮ 1995 ਤੇ ਫਰੋਮ ਤੋਂ ਬਾਅਦ ਆਪਾਂ ਕੀ ਲਿਖਣਾ ਹੈ ਟੂ 2005। ਇਹਦੇ ਨਾਲ ਜੇ ਆਪਾਂ ਲਿਖਣਾ ਇਦਾਂ ਲਿਖ ਸਕਦੇ ਹਾਂ in 11 years। ठीक है, in 11 years from 2000 sorry 1995 to 2005। ਸੋ ਇਹ ਸਾਡੀ ਇੰਟਰੋਡਕਸ਼ਨ ਹੋ ਗਈ। ਜਦੋਂ ਆਪਾਂ ਇਹਨੂੰ ਐਕਸਪਲੇਨ ਕਰਨਾ ਹੈ ਬੋਡੀ ਪੈਰਾ 1 ਦੇ ਵਿੱਚ, ਸਭ ਤੋਂ ਪਹਿਲਾਂ ਆਪਾਂ ਜਰਮਨੀ ਨੂੰ ਡਿਫਾਈਨ ਕਰ ਸਕਦੇ ਹਾਂ ਕਿਉਂਕਿ ਇਹ ਸਭ ਤੋਂ ਵੱਡੀ ਵੈਲਿਊ ਸੀ ਤੇ ਆਪਾਂ ਇਹਦੇ ਵਿੱਚ ਹਰ ਇੱਕ ਨਿੱਕੀ ਡਿਟੇਲ ਨੂੰ ਦੱਸਣ ਨਹੀਂ ਬੈਠਣਾ ਕਿ ਪਹਿਲਾਂ ਇੱਥੋਂ ਇੱਥੇ ਗਿਆ, ਫਿਰ ਕਨਸਟੈਂਟ ਰਿਹਾ, ਫਿਰ ਡਿਕਰੀਜ਼ ਹੋਇਆ, ਫਿਰ ਇਨਕਰੀਜ਼ ਹੋਇਆ। ਇਹਨੂੰ ਆਪਾਂ ਕਿੱਦਾਂ ਲਿਖਾਂਗੇ, ਸਟਾਰਟਿੰਗ ਚ ਇਹ ਚ ਆਪਾਂ ਜਿਹੜਾ ਕਨੈਕਟਰ ਲੱਗਣਾ ਹੈ ਤੇ ਆਪਾਂ ਲਿਖਾਂਗੇ ਇਨ ਡਿਟੇਲ। ਇਨ ਡਿਟੇਲ ਲਿਖਣ ਤੋਂ ਬਾਅਦ ਜਰਮਨੀ spent highest या maximum, highest would be better, amount of money। सो हाईएस्ट अमाउंट सिर्फ इतने भी ठीक है, सो ब्रैकेट्स में लिख रहे हैं। सो स्टार्टिंग चने कितना पे कितना सीगा 80 मिलियन डॉलर्स का साइन आप स्टार्टिंग च पा सकते हैं। 80 मिलियन डॉलर्स ऑन रीडिंग या फिर ऑन बुक्स। कदों स्पेंड किया इन 1995। थैंक यू ਇਹ ਹੈਲਪ ਕਰਨ ਦੇ ਲਈ। ਸੋ ਬੰਦਨਾ ਨੇ ਮੈਸੇਜ ਕੀਤਾ ਹੈ ਕਿ ਆਪਾਂ ਦ ਹਾਈਐਸਟ ਲਿਖਣਾ ਹੈ। ਬਿਲਕੁਲ ਆਪਾਂ ਇੱਥੇ ਦ ਹਾਈਐਸਟ ਕਿਉਂ ਲਿਖਣਾ ਹੈ, ਕਿਉਂਕਿ ਆਪਾਂ ਜਿਹੜੀ ਸੁਪਰਲੇਟਿਵ ਡਿਗਰੀ ਹੈ ਹਾਈਐਸਟ, ਬਿਗੇਸਟ, ਸਮੋਲੈਸਟ, ਸਟਰੋਂਗੈਸਟ, ਮੈਕਸਿਮਮ, ਇਹਨਾਂ ਦੇ ਨਾਲ ਹਮੇਸ਼ਾ ਆਰਟੀਕਲ ਜਿਹੜਾ ਯੂਜ਼ ਕਰਨਾ ਉਹ ਕੀ ਆਣਾ ਹੈ ਦ ਹਾਈਐਸਟ ਅਮਾਉਂਟ। spent the highest amount that is $80 million on books in 1995। then ਆਪਾਂ this figure या this number या this amount दा भी लिख सकते हैं rose to a final value कितनी पहुंची सीगी 95। so this amount rose to 95। तो पहला आप डॉलर साइन पावांगे मिलियन in 2005 after a marginal drop of about 5 million in 2003। ਸੋ ਆਪਾਂ ਇਹ ਡਿਫਾਈਨ ਕੀਤਾ ਕਿ ਜਰਮਨੀ ਨੇ ਹਾਈਐਸਟ ਅਮਾਉਂਟ ਸਪੈਂਡ ਕੀਤੀ ਸੀ ਬੁక్స్ ਤੇ 1995 ਦੇ ਵਿੱਚ। this figure rose to 1995 million in 2005 after a marginal drop of about 5 million in 2003।
ਨੈਕਸਟ ਆਪਾਂ ਗੱਲ ਕਰ ਰਹੇ ਹਾਂ ਆਸਟਰੀਆ ਦੀ, ਜਿਹਨੇ ਸਭ ਤੋਂ ਘੱਟ ਅਮਾਉਂਟ ਸਪੈਂਡ ਕੀਤੀ ਸੀਗੀ 30 ਮਿਲੀਅਨ। ਜੇ ਆਪਾਂ ਆਸਟਰੀਆ ਦੀ ਗੱਲ ਨਹੀਂ ਕਰਨੀ ਤਾਂ ਆਪਾਂ ਦੂਸਰਾ ਆਪਸ਼ਨ ਕੀ ਹੈ, ਆਪਾਂ ਗੱਲ ਕਰ ਸਕਦੇ ਹਾਂ ਫਰਾਂਸ ਦੀ। ਚਲੋ ਜੇ ਆਪਾਂ ਆਸਟਰੀਆ ਦੀ ਉਹ ਵੀ ਆਪਾਂ ਟਰਾਈ ਕਰ ਲੈਣੇ, ਜੇ ਆਪਾਂ ਕੋਲ ਟਾਈਮ ਹੋਇਆ ਤਾਂ ਦੋਨੋਂ ਤਰ੍ਹਾਂ ਲਿਖ ਲਾਂਗੇ। ਆਸਟਰੀਆ ਔਨ ਦੀ ਅਦਰ ਹੈਂਡ, सर ਹਾਂਜੀ सर व्हाट्सएप ਤੇ ਮੈਸੇਜ ਆਇਆ ਹੈਪੀ ਸਿੰਘ ਦਾ, ਆਈ ਕਾਂਟ ਹੀਅਰ ਯੂ, ਉਹਨਾਂ ਨੂੰ ਦੱਸ ਦੋ। ਠੀਕ ਹੈ, ਸੋ ਜੁਆਇਨ ਕਰ ਲਿਆ ਉਹਨਾਂ ਨੇ। ਸੋ ਆਸਟ੍ਰੇਲੀਆ ਔਨ ਦਾ ਅਦਰ ਹੈਂਡ ਤੋਂ ਬਾਅਦ ਕੌਮਾ ਆਣਾ, was the smallest spender on the books so Australia was the smallest. Austria was on the other hand, was the smallest spender on the books till 2001 and expanded between $30 million to $40 million. But ਉਸ ਤੋਂ ਬਾਅਦ, however, so however a significant growth was witnessed from 40 million to, so कितने तक पहुंची है, 40 million to 70 million by, yeah, in the last 2001 तो लेके 2005 तक years. So Austria बारे के देखते हैं। Austria on the other hand was the smallest spender. So Germany highest amount spend ਕੀਤੀ ਸੀ ਤੇ ਆਸਟ੍ਰੇਲੀਆ ਸਭ ਤੋਂ ਛੋਟਾ ਸਪੈਂਡਰ ਸੀਗਾ ਬੁక్స్ ਤੇ till 2001 ਤੱਕ ਛੋਟਾ ਸੀਗਾ, ਉਸ ਤੋਂ ਬਾਅਦ ਨਹੀਂ, ਇਸ ਕਰਕੇ ਆਪਾਂ ਇਹਨੂੰ ਇੱਥੇ ਤੱਕ ਰਿਸਟ੍ਰਿਕਟ ਕਰਤਾ ਤੇ ਉਹਨੇ ਸਪੈਂਡ ਕੀਤਾ ਸੀ 30 ਤੋਂ 40 ਮਿਲੀਅਨ, ਠੀਕ ਹੈ, 2001 ਤੱਕ। ਹਾਊਐਵਰ ਉਸ ਤੋਂ ਬਾਅਦ significant growth was witnessed from 40 million to 70 million in the last 4 years. ਹੁਣ ਆਪਾਂ ਗੱਲ ਕਰਨੀ ਹੈ ਫਰਾਂਸ ਤੇ ਇਟਲੀ ਦੀ। ਓਕੇ, ਇਹ 55 ਤੇ 60 ਹੈ। By contrast, a moderate amount of money जो कि सीगी 50 million to and sorry 55 million was expanded by both France and Italy on reading
in 1995 ਇੱਥੇ ਇੱਕ word ਆਣਾ ਹੈ ਰਿਸਪੈਕਟਿਵਲੀ ਤੇ ਆਪਾਂ ਦੇਖ ਸਕਦੇ ਹਾਂ ਉਸ ਤੋਂ ਬਾਅਦ ਫਰਾਂਸ ਦੀ ਜਿਹੜੀ ਵੈਲਿਊ ਹੈ ਉਹ ਪਹੁੰਚੀ ਸੀ 75 ਤੇ ਇਹਦੇ ਵਿੱਚ ਪਹਿਲਾ ਫਾਲ ਆਇਆ ਇੱਕ ਫਲਕਚੁਏਸ਼ਨ ਸੀ ਦੈਨ ਉਹ ਕਨਸਟੈਂਟਲੀ ਇਨਕਰੀਜ਼ ਹੋ ਕੇ ਕਿੱਥੇ ਹੋ ਗਈ 65 ਬੜੇ ਚ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਫਰਾਂਸ ਨੇ ਹਮੇਸ਼ਾ ਦੋਨਾਂ ਨੇ ਮੋਡਰੇਟ ਅਮਾਉਂਟ ਸਪੈਂਡ ਕੀਤੀ ਹੈ ਬਟ ਫਰਾਂਸ ਨੇ ਥੋੜੀ ਜ਼ਿਆਦਾ ਸਪੈਂਡ ਕੀਤੀ ਹੈ ਹਮੇਸ਼ਾ ਸਪੈਂਡ ਦੀ ਜਗ੍ਹਾ ਆਪਾਂ ਯੂਜ਼ ਕਰਦੇ ਹਾਂ ਯੂਜ਼ਡ ਮੋਰ ਮਨੀ ਔਨ books than Italy throughout and by 2005 it had spent 75 million meanwhile Italy had increased expenditure to slightly more than 60 sorry it's not 67 slightly more than $60 million ठीक इकट्ठा ही आएगा डिस्पाइट ए स्मॉल fluctuation first 4 years ਸੋ ਇੱਥੇ ਮੈਂ ਗੱਲ ਕੀਤੀ ਹੈ ਪਹਿਲਾਂ ਦੋਨਾਂ ਨੂੰ ਕੰਬਾਈਨ ਕੀਤਾ ਇਹ ਮੋਡਰੇਟ ਅਮਾਉਂਟ ਆਫ ਮਨੀ ਹੈ ਮੋਡਰੇਟ ਕਿਉਂ ਕਿਉਂਕਿ ਹਾਈਐਸਟ ਇਹਦੀ ਸੀ ਲੋਐਸਟ ਇਹਦੀ ਸੀ ਇਹ ਦੋਨਾਂ ਦੇ ਗੱਬੇ ਆਂਦਾ ਹੈ ਸੋ ਇਸ ਕਰਕੇ ਮੋਡਰੇਟ ਅਮਾਉਂਟ ਆਫ ਮਨੀ 50 and 55 million dollars was expended by both France and Italy respectively on reading in 1995 France used more money on books than Italy throughout and by 2005 it had spent perfect tense use ਕੀਤਾ ਹੈ had they spent 75 million ਉਹ ਇਸ ਕਰਕੇ ਕਿਉਂਕਿ ਮੈਂ ਇੱਥੇ ਟਾਈਮ ਕਿਹਨਾਂ ਦੱਸਿਆ ਸੀ by now. Meanwhile, Italy, उसे ही दौरान Italy had increased its expenditure to slightly more $60 million despite a small fluctuation in the first 4 years. So overall ਸਾਡੇ ਜਿਹੜੇ words ਹੈ word count ਹੈ ਉਹ ਇੱਥੇ ਤੱਕ ਹੋ ਚੁੱਕਾ ਹੈ 155 ਸੋ ਮਿਨੀਮਮ ਰਿਕੁਆਇਰਮੈਂਟ ਸਾਡੀ ਕੰਪਲੀਟ ਹੋ ਜਾਂਦੀ ਹੈ ਜਿਹਦੇ ਵਿੱਚ ਆਪਾਂ ਸਿਰਫ ਤੇ ਸਿਰਫ ਮੇਨ ਹਾਈਲਾਈਟਿੰਗ ਪੁਆਇੰਟਸ ਤੇ ਮੇਨ ਟ੍ਰੈਂਡਸ ਨੂੰ ਜਸਟੀਫਾਈ ਕੀਤਾ ਇੱਥੇ ਕਿ ਕਿਸ ਤਰ੍ਹਾਂ ਇਹ ਇਹਨਾਂ ਦੇ ਵਿੱਚ ਇਨਕਰੀਜ਼ ਹੋਇਆ ਇਹਨਾਂ ਦੇ ਐਕਸਪੈਂਡੀਚਰ ਲਾਸਟ ਪਾਰਟ ਜੋ ਸਾਡਾ ਰਹਿ ਗਿਆ ਉਹ ਹੈ ਓਵਰਆਲ ਦੇ ਵਿੱਚ ਸਾਨੂੰ ਇੱਕ ਚੀਜ਼ ਤਾਂ ਕਨਫਰਮ ਸੀ ਕਿ ਸਾਰਿਆਂ ਦੇ ਵਿੱਚ ਐਕਸਪੈਂਡੀਚਰ ਇਨਕਰੀਜ਼ ਹੋਇਆ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਹਾਈਲਾਈਟ ਕਰਾਂਗੇ
So overall an increasing trend was observed in the expenditure on books in all the 4 countries. ਜੇ ਤੁਸੀਂ ਇੱਥੇ ਤੱਕ ਇਹਨੂੰ ਖਤਮ ਕਰਨਾ ਹੈ ਤੇ ਇੱਥੇ ਵੀ ਖਤਮ ਕਰ ਸਕਦੇ ਹੋ, ਸਾਡਾ ਟਾਸਕ ਇਹ ਕੰਪਲੀਟ ਹੋ ਜਾਏਗਾ। ਤੇ ਕਿਉਂਕਿ ਆਪਾਂ ਓਵਰਆਲ ਮੇਨ ਟ੍ਰੈਂਡ ਦੱਸਦਾ ਹੈ ਤੇ ਸਾਡੇ ਜਿਹੜੇ ਵਰਡ ਕਾਊਂਟਸ ਹੈ ਉਹ 160 ਪਲੱਸ ਚਲੇ ਗਏ ਹੈ, ਸੋ 171 ਹੋ ਗਏ। ਠੀਕ ਹੈ, ਸੋ ਇਨ ਕੇਸ ਜੇ ਤੁਸੀਂ ਟ੍ਰੈਂਡ ਤੋਂ ਇਲਾਵਾ ਇਹਦੇ ਵਿੱਚ ਜੇ ਕੁਝ ਦੱਸਣਾ ਚਾਹੁੰਦੇ ਹੋ ਉਹ ਹੈ ਹਾਈਐਸਟ ਤੇ ਲੋਐਸਟ ਫਿਗਰ। ਇਹਦੇ ਵਿੱਚ ਇਸ ਲੋਐਸਟ ਨੂੰ ਤਾਂ ਆਪਾਂ ਆਲਰੇਡੀ ਡਿਫਾਈਨ ਵੀ ਕਰ ਚੁੱਕੇ ਹਾਂ, ਹਾਈਐਸਟ ਨੂੰ ਵੀ ਡਿਫਾਈਨ ਕਰ ਚੁੱਕੇ ਹਾਂ, ਤੇ ਆਪਾਂ ਵੱਧ ਤੋਂ ਵੱਧ ਜੇ ਇਹਨੂੰ ਦੱਸਣਾ ਹੈ ਤੇ ਇਹਦੇ ਵਿੱਚ ਇੱਕ ਵੈਲਿਊ ਜੋ ਹਮੇਸ਼ਾ ਉੱਪਰ ਰਹੀ ਹੈ ਉਹ ਹੈ ਜਰਮਨੀ। ਇੱਕ ਵੈਲਿਊ ਜੋ ਹਮੇਸ਼ਾ ਉੱਪਰ ਰਹੀ ਹੈ ਉਹ ਹੈ ਜਰਮਨੀ। ਸਰ ਇਹਨੂੰ ਆਪਾਂ ਡਿਫਾਈਨ ਕਰ ਸਕਦੇ ਹਾਂ। ਹਾਂਜੀ ਕਰਨ। ਸਰ ਐਦਾਂ ਲਿਖ ਸਕਦੇ ਵੀ ਓਵਰਆਲ ਇਹ ਇਨਕਰੀਜ਼ ਹੋਏ ਵਿਦ ਸਮਾਲ ਫਲਕਚੁਏਸ਼ਨਸ। with small fluctuations, ਮਾਈਨਰ ਫਲਕਚੁਏਸ਼ਨਸ ਚਾਹੇ ਕਹਿਣ ਨੂੰ ਕਹਿ ਸਕਦੇ ਹੋ ਬਿਲਕੁਲ, but I don't think ਉਹਦੀ ਜ਼ਰੂਰਤ ਹੈ। An increasing trend was observed in the expenditure on books in all the countries। ਦੇਖੋ ਛੋਟੇ ਮੋਟੇ ਉੱਪਰ ਨੀਚੇ ਆ ਸਕਦੇ ਆ, ਬਟ ਆਪਾਂ ਓਵਰਆਲ ਦੇਖਣਾ ਹੈ ਕਿ ਇੱਥੋਂ ਇੱਥੇ ਤੱਕ ਗਿਆ। ਬਿਲਕੁਲ ਡੈਫੀਨਿਟਲੀ ਇਦਾਂ ਕੋਈ ਇਸ਼ੂ ਨਹੀਂ ਹੈ, ਤੁਸੀਂ ਬਿਲਕੁਲ ਲਿਖ ਸਕਦੇ ਹੋ। An increasing trend was observed in the expenditure of books in all the 4 countries despite small fluctuation ਜਾਂ fluctuations। ठीक है, with some small fluctuations ऐदा भी लिख सकते हो, you can write। ਉਸ ਤੋਂ ਬਾਅਦ ਹਾਈਐਸਟ ਤੇ ਲੋਐਸਟ ਲਿਖ ਸਕਦੇ ਹੋ। ਉਸ ਤੋਂ ਇਲਾਵਾ ਓਵਰਆਲ ਦੇ ਵਿੱਚ ਲੋਐਸਟ ਕਿਉਂਕਿ ਇੱਥੇ ਕਨਫਰਮ ਨਹੀਂ ਸੀਗਾ, ਕਿਉਂਕਿ ਸਭ ਤੋਂ ਪਹਿਲਾਂ ਆਹੀ ਸੀਗਾ, ਉਸ ਤੋਂ ਬਾਅਦ ਇਹ ਉੱਪਰ ਸ਼ਿਫਟ ਹੋ ਗਿਆ, ਨੀਚੇ ਆ ਗਿਆ, ਇਸ ਕਰਕੇ ਲੋਐਸਟ ਇੱਥੇ ਹਰ ਵਾਰ ਸਾਡੇ ਕੋਲ ਕਨਫਰਮ ਨਹੀਂ ਹੈ, ਹਾਈਐਸਟ ਸਾਡੇ ਕੋਲ ਹੈਗਾ। ਸੋ ਇੱਕ ਹੋਰ ਲਾਈਨ ਜੋ ਆਪਾਂ ਲਿਖਣੀ ਹੈ ਉਹ ਲਿਖ ਸਕਦੇ ਹਾਂ ਕਿ ਜਿਹੜਾ ਜਰਮਨੀ ਸੀਗਾ ਉਹਨੇ ਸਭ ਨੂੰ ਜ਼ਿਆਦਾ ਖਰਚਾ ਕੀਤਾ ਸੀਗਾ ਬੁੱਕਸ ਦੇ ਉੱਤੇ। ਸੋ ਇਹਨੂੰ ਆਪਾਂ ਬਿਸਾਈਡ ਜਾਂ ਇਨ ਐਡੀਸ਼ਨ ਫਰਦਰ ਮੋਰ ਕਰਕੇ ਲਿਖ ਸਕਦੇ ਹਾਂ। ਇਨ ਐਡੀਸ਼ਨ ਕਮਾ ਤੇ ਇਹਨੂੰ ਆਪਾਂ ਹਾਈਐਸਟ ਆਪਾਂ ਆਲਰੇਡੀ ਯੂਜ਼ ਕਰ ਲਿਆ ਹੈ, ਤੇ ਆਪਾਂ ਦੇਖ ਵੀ ਸਕਦੇ ਹਾਂ ਕਿ ਜਰਮਨੀ ਨੇ ਕਾਫੀ ਜ਼ਿਆਦਾ ਖਰਚਾ ਕੀਤਾ ਹੈ ਬਾਕੀ ਸਾਰੀਆਂ ਕੰਟਰੀਜ਼ ਨਾਲੋਂ। ਸੋ ਆਪਾਂ ਇਹਨੂੰ ਕੰਪੈਰੀਟਿਵ ਡਿਗਰੀ 'ਚ ਕਨਵਰਟ ਕਰ ਲੈਂਦੇ ਹਾਂ, ਜਿਵੇਂ ਕਿ ਜਰਮਨੀ ਸਪੈਂਟ comparatively much more money on reading than the other 3 countries। So Germany spent comparatively much more money on reading than the other 3 countries। So ਹੁਣ ਸਾਡਾ ਜਿਹੜਾ ਟੋਟਲ ਹੈ word counts ਉਹ 186 ਜਾ ਚੁੱਕਾ ਹੈ, ਤੇ ਇਹਦੇ ਵਿੱਚ ਆਲਮੋਸਟ ਆਪਾਂ ਹਰ ਇੱਕ ਪੋਰਸ਼ਨ ਨੂੰ ਕਵਰ ਕਰ ਲਿਆ। ਸੋ ਹੁਣ ਤੁਸੀਂ ਇਹ ਚੋਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਮੈਨੂੰ ਪੁੱਛ ਸਕਦੇ ਹੋ, ਕੋਈ ਪੈਟਰਨ ਪੁੱਛਣਾ ਚਾਹੁੰਦੇ ਹੋ, ਆਪਾਂ ਇਹਨੂੰ ਲਿਖਣ ਦੇ ਹੋਰ ਬਹੁਤ ਸਾਰੇ ਤਰੀਕੇ ਹੈ, ਦਿਸ ਇਜ਼ ਵਨ ਵੇ। ਹੁਣ ਇੱਕ ਵਾਰ ਆਪਾਂ ਜੇ ਇਹਨੂੰ ਧਿਆਨ ਨਾਲ ਦੇਖੀਏ, ਇਹ ਵਿਜ਼ੀਬਲ ਹੈ ਸਾਰਾ? ਪਹਿਲਾਂ ਪੁੱਛ ਲਓ ਜੇ ਕੁਝ ਪੁੱਛਣਾ ਤਾਂ। ਹਾਂਜੀ ਸਰ ਇਹਦੇ ਵਿੱਚ ਜਿੱਦਾਂ ਇਹ ਮੋਡਰੇਟ ਅਮਾਉਂਟ ਲਿਖਿਆ ਆ, ਹਾਂਜੀ ਇਹ ਕਿੱਦਾਂ, ਜਿੱਦਾਂ ਮੀਨਸ ਕਿੰਨੀ ਅਮਾਉਂਟ ਹੋਵੇ ਆਪਾਂ ਇਦਾਂ ਲਿਖਦੇ ਆ? ਇਹ ਕੋਈ ਸਪੈਸੀਫਿਕ ਤਰੀਕਾ ਨਹੀਂ ਹੈ ਕਿ ਆਪਾਂ ਮੋਡਰੇਟ ਨੂੰ ਕਿੱਦਾਂ ਡਿਫਾਈਨ ਕਰੀਏ। ਮੋਡਰੇਟ ਕਿਸੇ ਲਈ 5 ਰੁਪਏ ਵੀ ਹੋ ਸਕਦਾ ਹੈ, ਕਿਸੇ ਲਈ 50 ਲੱਖ ਵੀ ਹੋ ਸਕਦਾ ਹੈ, ਇਹ ਤਾਂ ਸਮਝਦੇ ਹੋ ਕਿ ਨਹੀਂ? ਆਪਾਂ ਇਹ ਪੂਰੀ ਕੰਟਰੀ ਦੀ ਗੱਲ ਕਰ ਰਹੇ ਨਾ। ਸੋ ਹੁਣ ਤੁਹਾਨੂੰ ਏਦਾਂ ਲੱਗਿਆ ਅੱਛਾ 50 ਮਿਲੀਅਨ, ਉਹ 50 ਮਿਲੀਅਨ ਤਾਂ ਬਹੁਤ ਜ਼ਿਆਦਾ ਹੁੰਦੇ, ਤੁਸੀਂ ਆਪਣੇ ਲਈ ਦੇਖੋਗੇ ਤਾਂ ਬਹੁਤ ਜ਼ਿਆਦਾ, ਕੰਟਰੀ ਦੇ ਲਈ ਤਾਂ ਡਿਪੈਂਡ ਕਰਦਾ। ਇਹ ਮੈਨੂੰ ਕਿੱਦਾਂ ਪਤਾ ਲੱਗਾ ਮੋਡਰੇਟ? ਲੈਟਸ ਸੀ, ਥੋੜਾ ਇਹਨੂੰ ਸਮਝਦੇ ਹਾਂ, ਤੇ ਮੈਂ ਇਹਨੂੰ ਕਿਉਂ ਕਹਿ ਸਕਦਾ ਮੋਡਰੇਟ। ਸੋ ਜਦੋਂ ਮੈਂ ਲਿਖਿਆ ਕਿ ਮੋਡਰੇਟ ਅਮਾਉਂਟ ਆਫ ਮਨੀ ਉਹਨਾਂ ਨੇ ਸਪੈਂਡ ਕੀਤੀ 1995 ਦੇ ਵਿੱਚ, ਮੈਨੂੰ ਦੱਸੋ ਇਹ ਜਿਹੜੀਆਂ ਦੋਨੋਂ ਵੈਲਿਊਜ਼ ਹੈ ਇਹ ਓਵਰਆਲ ਕੀ ਇਹ ਮੀਨ ਵੈਲਿਊਜ਼ ਹੈ? ਮੀਨ ਦਾ ਮਤਲਬ ਹੁੰਦਾ ਹੈ ਮਿਡਲ ਦੇ ਵਿੱਚ। ਹਾਂਜੀ ਸਰ, ਸਮਝ ਪਾ ਰਹੇ ਹੋ? ਜੀ ਜੀ ਦੇਖੋ ਜਦੋਂ ਮੈਂ ਹੁਣ ਕਹਾਂ ਕਿ ਜਿੱਦਾਂ 30 ਮਿਲੀਅਨ ਡਾਲਰ ਇਹਨੇ ਸਪੈਂਡ ਕੀਤੇ ਆਸਟਰੀਆ ਨੇ, ਇਹ ਬਹੁਤ ਘੱਟ ਹੈ, ਮੈਨੂੰ ਕਿੱਦਾਂ ਪਤਾ ਲੱਗੇ ਘੱਟ ਹੈ? 30 ਮਿਲੀਅਨ ਤਾਂ ਬਹੁਤ ਹੁੰਦੇ ਆ, ਉਹ ਕਹੇਗਾ ਬਹੁਤ ਜ਼ਿਆਦਾ। ਏਦਾਂ ਨਹੀਂ ਹੈ। ਸੋ ਇਹਨਾਂ ਦੇ ਵਿੱਚੋਂ ਕੰਪੈਰੀਟਿਵਲੀ ਜੇ ਆਪਾਂ ਇਹਨਾਂ ਦੀ ਮੀਨ ਵੈਲਿਊ ਦੇਖੀਏ ਜਾਂ ਇਹਨਾਂ ਦਾ ਓਵਰਆਲ ਦੇਖੀਏ ਤਾਂ ਇੱਕ ਹੋ ਗਿਆ ਜਿਹਨੇ ਬਹੁਤ ਜ਼ਿਆਦਾ ਖਰਚਾ ਕੀਤਾ,
ਇੱਕ ਹੋ ਗਿਆ ਜਿਹਨੇ ਬਹੁਤ ਘੱਟ ਖਰਚਾ ਕੀਤਾ, ਇੱਕ ਹੋ ਗਿਆ ਜਿਹਨੇ ਠੀਕ ਠਾਕ ਖਰਚਾ ਕੀਤਾ। ਹੁਣ ਜਿਹੜੇ ਗੱਬੇ ਹੈ ਤੁਸੀਂ ਕਹੋਗੇ ਇਹਨਾਂ ਨੇ ਬਹੁਤ ਜ਼ਿਆਦਾ ਖਰਚਾ ਕੀਤਾ? ਨਹੀਂ। ਸੋ ਇਹਨੂੰ ਬੇਸਿਕਲੀ, ਕਿਉਂਕਿ ਇੱਥੇ ਆਪਾਂ ਨਹੀਂ ਕਹਿ ਸਕਦੇ ਬਟ ਇੱਥੇ ਆਪਾਂ ਜ਼ਰੂਰ ਕਹਿ ਸਕਦੇ ਹਾਂ ਕਿ ਇਹ ਜਿਹੜੀਆਂ ਵੈਲਿਊਜ਼ ਹੈ ਨਾ, ਇਹ ਐਗਜ਼ੈਕਟਲੀ ਪੂਰੇ ਡਾਟਾ ਦੇ ਕਿੱਥੇ ਹੈ, ਮਿਡਲ ਦੇ ਵਿੱਚ। Middle। ਦੈਟ ਮੀਨਸ ਉਸ ਕਰਕੇ ਆਪਾਂ ਇਹਨੂੰ ਮੋਡਰੇਟ ਵਰਡ ਯੂਜ਼ ਕਰ ਲਿਆ, ਉਦਾਂ ਨਹੀਂ ਆਪਾਂ ਯੂਜ਼ ਕਰਦੇ ਇਦਾਂ। ਤੁਸੀਂ ਆਪਾਂ ਹੋਰ ਵੀ ਟਾਸਕ ਕੀਤੇ ਆ, ਮੋਡਰੇਟ ਨਹੀਂ ਨਾ ਵਰਡ ਯੂਜ਼ ਕੀਤਾ ਆਪਾਂ। ਨਹੀਂ ਸਰ। ਹਾਂ, ਸੋ ਹੀ ਮੈਂ ਦੱਸਣ ਲੱਗਾ, ਇਹ ਮੋਡਰੇਟ ਸਮਹਾਉ ਆਪਾਂ ਐਦਾਂ ਇਸ ਕਰਕੇ ਯੂਜ਼ ਕੀਤਾ ਕਿਉਂਕਿ ਇੱਥੇ ਇਹ ਆਲਮੋਸਟ ਕਿੱਥੇ ਸੀਗੇ, ਮਿਡਲ ਦੇ ਵਿੱਚ, ਐਗਜ਼ੈਕਟਲੀ ਮਿਡਲ ਹੀ ਹੈ ਆਲਮੋਸਟ। 30 ਤੇ 80 ਦੇ ਗੱਬੇ ਹੈ, 50 55। ਤੇ ਆਪਾਂ ਉਹਨੂੰ ਹੀ ਡਿਫਾਈਨ ਕੀਤਾ, ਸਟਾਰਟਿੰਗ 'ਚ ਮੋਡਰੇਟ ਅਮਾਉਂਟ ਸਪੈਂਡ ਕੀਤੀ, ਉਸ ਤੋਂ ਬਾਅਦ ਇਹ ਵੱਧ ਗਈ ਦੋਨਾਂ ਦੀ। ਜੇ ਤੁਸੀਂ ਇਹ ਵਰਡ ਨਹੀਂ ਵੀ ਯੂਜ਼ ਕਰਨਾ ਦੈਨ ਇਟਸ ਯੋਰ ਚੋਇਸ, ਤੁਸੀਂ ਨਾ ਯੂਜ਼ ਕਰੋ, ਤੁਸੀਂ ਇਹਨੂੰ ਹੋਰ ਤਰ੍ਹਾਂ ਵੀ ਲਿਖ ਸਕਦੇ ਹੋ। ਹੋਰ ਤਰ੍ਹਾਂ ਲਿਖ ਕੇ ਦੇਖੀਏ। ਲਿਖ ਦੋ ਸਰ। ਲਿਖ ਦਈਏ, ਫਿਰ ਪੂਰਾ ਚੇਂਜ ਕਰਨਾ ਪੈਣਾ। ਨਹੀਂ ਇਹਨੂੰ ਰਹਿਣ ਦੋ, ਉਦਾਂ ਲਿਖ ਕੇ ਦਿਖਾ ਦੋ ਨਾ, ਹੋਰ ਕਿੱਦਾਂ ਇਹ ਸਹੀ ਆਦਾ ਅਸੀਂ ਕਰ ਲੈਣਾ ਇਹ ਵੀ। ਓਕੇ, ਸੋ ਲੈਟਸ ਸੀ। ਇੰਟਰੋਡਕਸ਼ਨ ਆਪਾਂ ਸੇਮ ਰਹਿਣ ਦੇਣੀ ਹੈ, ਆਪਾਂ ਕੁਝ ਚੇਂजेस ਇਹ ਚ ਕਰ ਦੇਣਾ। ਆਪਾਂ ਇੰਟਰੋਡਕਸ਼ਨ ਤੋਂ ਬਾਅਦ ਲੈਟਸ ਸੀ ਆਪਾਂ ਕੁਝ ਹੋਰ ਵੀ ਇਹਦੇ ਨਾਲ ਲਿਖ ਕੇ ਦੇਖਦੇ ਹਾਂ। ਹੁਣ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਾਂ ਇਹਨੂੰ ਚੇਂਜ ਕਰੀਏ। ਸੋ ਫਸਟ ਤਾਂ ਸਹੀ ਹੈ, ਫਸਟ ਤਾਂ ਕੋਈ ਦਿੱਕਤ ਨਹੀਂ ਹੈ। ਨਹੀਂ ਸਰ। ਓਕੇ, ਸੋ ਸਰ ਆਪਾਂ ਵੈਸੇ ਉਹ ਵੀ ਸਮਝ ਲੱਗ ਗਿਆ ਉੱਥੇ। ਨਹੀਂ, ਆਪਾਂ ਇੱਕ ਹੋਰ ਤਰੀਕਾ ਤਾਂ ਟਰਾਈ ਕਰੀਏ। ਸੋ ਫॉर ਐਗਜ਼ਾਮਪਲ ਇੱਥੇ ਆਪਾਂ ਆਸਟ੍ਰੇਲੀਆ ਵਾਲਾ ਪੋਰਸ਼ਨ ਜਿਹੜਾ ਸੀਗਾ, ਆਸਟ੍ਰੇਲੀਆ ਵਾਲਾ ਜਿਹੜਾ ਪੋਰਸ਼ਨ ਸੀਗਾ ਉਹਨੂੰ ਆਪਾਂ ਫॉर द ਟਾਈਮ ਬੀਇੰਗ ਆਪਾਂ ਸੈਪਰੇਟ ਕਰ ਦਿੰਦੇ ਹਾਂ। ਆਪਾਂ ਇੱਥੇ ਇੱਕ ਹੋਰ ਪੋਰਸ਼ਨ ਲਿਖ ਸਕਦੇ ਹਾਂ, ਜਿਵੇਂ ਸਭ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਐਕਸਪੈਂਡੀਚਰ ਮੈਂ ਇੱਦਾਂ ਲਿਖਿਆ ਨਾ, ਹਾਈਐਸਟ ਜਰਮਨੀ ਸਪੈਂਡ ਦਾ ਹਾਈਐਸਟ ਅਮਾਉਂਟ। ਯੈਸ ਸਰ ਨਿਊ ਸਟੂਡੈਂਟ। ਹਾਂ, ਨਿਊ ਸਟੂਡੈਂਟ ਦਾ ਕੋਈ ਗੱਲ ਨਹੀਂ। ਸਾਕਸ਼ੀ ਆਪਾਂ 2 ਮਿੰਟ ਥੋੜੀ ਦੇਰ ਤੱਕ ਆਪਾਂ ਇੱਥੇ ਗੱਲ ਕਰ ਲੈਂਦੇ, ਥੋੜਾ ਜਿਹਾ ਆਪਾਂ ਕਰ ਲਈਏ। ਸੋ ਇਨ ਜਰਮਨੀ, ਅੱਛਾ ਇਸ ਤੋਂ ਬਾਅਦ ਕਿਉਂਕਿ ਇਹ ਜਰਮਨੀ ਦੀ ਗੱਲ ਸੀ, ਉਸ ਤੋਂ ਬਾਅਦ ਆਪਾਂ ਚੈੱਕ ਕਰ ਲੈਂਦੇ ਹਾਂ। ਜਰਮਨੀ ਤੋਂ ਬਾਅਦ ਆਪਾਂ ਕਰਨੇ ਆ Germany spent the highest amount on books in 1995. This figure rose to 95 million in 2005 after a marginal drop of about 5 million to 20. This was followed by second number the कौन सेगा? France. France. When I say this was followed by France, which expanded starting 55 million. This was followed by France, which expanded 55 million in 1995. Its expenditure rose to ਇਹ ਕੁਝ ਖਾਸ ਨੀਚੇ ਨੂੰ ਨਹੀਂ ਆਇਆ। ਸੋ ਇੱਕ ਟਾਈਮ ਫਲਕਚੁਏਸ਼ਨ ਸੀਗੀ ਇੱਥੇ ਸਲਾਈਟ ਫਲਕਚੁਏਸ਼ਨ ਸੀ, ਬਟ ਉਹ ਨੀਚੇ ਨਹੀਂ ਆਇਆ। ਸੋ ਇਸ ਕਰਕੇ ਆਪਾਂ ਸਿੱਧੇ ਲਾਸਟ ਵੈਲਿਊ ਲਿਖ ਸਕਦੇ ਹਾਂ, ਤੇ ਲਾਸਟ ਵੈਲਿਊ 75। in the next 1 decade। ठीक है, सो ये कंप्लीट हो गया। ਹੁਣ ਆਪਾਂ ਨੈਕਸਟ ਗੱਲ ਕਰ ਸਕਦੇ ਹਾਂ with regard to the other two countries। स्टार्ट करते हैं इटली तो। इटली ने
the investment of Italy on books. With regard to the other two countries, the investment of Italy on books went up to 60 million despite a small fluctuation in the first 4 years at 50 million. ਸੋ ਉਸ ਤੋਂ ਬਾਅਦ ਆਪਾਂ ਆਹ ਪੋਰਸ਼ਨ ਲਿਖ ਸਕਦੇ ਹਾਂ ਜਿਹੜਾ ਆਪਾਂ ਨੀਚੇ ਛੱਡਿਆ ਸੀ ਆਸਟਰੀਆ। ਇੱਕ ਵਾਰ ਇਹਨੂੰ ਹੁਣ ਰੀਡ ਕਰਦੇ ਹਾਂ ਤੇ ਓਵਰਆਲ ਸਾਡਾ ਸੇਮ ਰਹਿ ਜਾਏਗਾ। ਓਵਰਆਲ ਲੈਟਸ ਸੀ ਇਹ ਚ ਕੀ ਡਿਫਰੈਂਸ ਹੈ। In detail, Germany spent the highest amount, 80 million on books in 1995. This figure rose to 95 million in 2003 after a marginal drop of about 5 million in 2003. ठीक है, 2000 ठीक है जी। This was followed by France, which expanded 55 million in 1995. Its expenditure rose to 75 million in the next one decade. इतने में also एक word use कर रहे हैं, ठीक है, this is fine. With regard to other two countries, the investment of Italy, इतने में एक और word use कर लिया, वो की है investment of Italy on books went up to 60 million in 2005 despite a small fluctuation in the first 4 years at 50 million. So आप समझ पा रहे हो, 60 पे गया सी, वैसे गलत नहीं लिखता मैं, नहीं सही है, it went up to slightly more than 60 million in 2005 despite a small fluctuation in the first 4 years at 50 million. I think a better Australia on the other hand was the smallest spender on the books till 2000 and expanded between NA to NA millions. However, a significant growth was witnessed from 40 to 70 million in the last 4 years. कितने वर्ड काउंट हो गए? 181। चेक करो था, ठीक है। हेलो सर, दोनों बढ़िया, दोनों सर सही है। ये हैप्पी सिंह ने क्या? हाँ जी सर। ओके ठीक है। ਹੁਣ ਆਪਾਂ ਕੀ ਕੀਤਾ, ਪਹਿਲਾਂ ਆਪਾਂ ਗੱਲ ਕੀਤੀ ਜਰਮਨੀ ਦੀ, ਫਿਰ ਆਪਾਂ ਲਾਸਟ ਨੂੰ ਰਿਲੀਵ ਕਰਤਾ, ਫਿਰ ਆਪਾਂ ਗੱਲ ਕੀਤੀ ਫਰਾਂਸ ਦੀ ਤੇ ਉਹਨੂੰ ਯੂਜ਼ ਕੀਤਾ ਐਸ, ਉਹਨੂੰ ਯੂਜ਼ ਕੀਤਾ ਜਿਵੇਂ ਕਿ ਇਹ ਫੋਲੋ ਕੀਤਾ ਗਿਆ ਫਰਾਂਸ ਦੁਆਰਾ। ਦਿਸ ਵਾਸ ਫੋਲੋਡ ਬਾਈ ਫਰਾਂਸ, ਜਿਹਨੇ ਕਿ ਕਿੰਨਾ ਐਕਸਪੈਂਡ ਕੀਤਾ ਸੀ ਇੰਨਾ, ਠੀਕ ਹੈ। ਇਟਸ ਐਕਸਪੈਂਡੀਚਰ ਆਲਸੋ ਰੋਜ਼ ਟੂ 75 ਮਿਲੀਅਨ ਇਨ ਦ ਨੈਕਸਟ 1 ਡਿਕੇਡ। ਤੇ ਇੱਥੇ ਐਕਚੁਅਲੀ ਕਿਉਂਕਿ ਸਾਡੇ ਕੋਲ ਡਾਟਾ ਬਹੁਤ ਜ਼ਿਆਦਾ ਹੈ, 4 ਕੰਟਰੀਜ਼ ਹੈ ਤੇ ਹਰੇਕ ਦੇ ਲਈ ਸਾਡੇ ਕੋਲ ਵੱਧ ਤੋਂ ਵੱਧ 1 ਜਾਂ 2 ਲਾਈਨਸ ਅਵੇਲੇਬਲ ਹੋ ਗਈਆਂ ਉਹਨੂੰ ਐਕਸਪ੍ਰੈਸ ਕਰਨ ਦੇ ਲਈ, ਤੇ ਅਸੀਂ ਸਟਾਰਟਿੰਗ ਦੀ ਵੈਲਿਊ ਦੱਸਣੀ ਹੈ ਤੇ ਲਾਸਟ ਵੈਲਿਊ ਵੀ ਸਾਨੂੰ ਦੱਸਣੀ ਹੈ, ਤੇ ਉਸ ਤੋਂ ਬਾਅਦ ਫਿਰ ਸਾਡੇ ਕੋਲ ਗਬਲੇ ਵਿੱਚ ਸਿਰਫ ਇੱਕੋ ਹੀ ਪੋਰਸ਼ਨ ਦੱਸਣ ਦੇ ਲਈ ਆਪਸ਼ਨ ਰਹਿ ਜਾਂਦੀ ਹੈ। ਹੁਣ ਮੈਂ ਜਿਸ ਚੀਜ਼ ਤੇ ਹਾਈਲਾਈਟ ਕੀਤਾ ਹੈ, ਜੋ ਮੈਨੂੰ ਲੱਗਦਾ ਕਿ ਮੈਨੂੰ ਜਿਸ ਚੀਜ਼ ਤੇ ਕੰਮ ਕਰਨਾ ਚਾਹੀਦਾ ਸੀਗਾ, ਉਹ ਇਹ ਹੈ ਕਿ ਇਸ ਪੂਰੇ ਸੈਕਸ਼ਨ ਦੇ ਵਿੱਚ ਸਟਾਰਟਿੰਗ ਤੋਂ ਲੈ ਕੇ ਇਹਦੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਮੈਂ ਇਸ ਪੋਰਸ਼ਨ ਨੂੰ ਹਾਈਲਾਈਟ ਕੀਤਾ, ਕਿਉਂਕਿ ਹੋਰ ਆਪਸ਼ਨ ਹੈ ਨਹੀਂ ਤਾਂ ਇਹ 250 ਤੋਂ ਮਤਲਬ ਐਸੇ ਬਣ ਜਾਏਗਾ ਪੂਰਾ 250 ਵਰਡਸ ਦਾ, ਠੀਕ ਹੈ। ਇਹ ਆਪਾਂ 180 190 ਦੇ ਕਰੀਬ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਤੇ ਇਸ ਪੋਰਸ਼ਨ ਦੇ ਵਿੱਚ ਇੱਥੇ ਸੀਗਾ ਤੇ ਇੱਥੇ ਸੀਗਾ ਤੇ ਇਹ ਲਗਾਤਾਰ ਵਧਿਆ, ਇੱਥੇ ਸਟੈਗਨੇਸ਼ਨ ਸੀ, ਇੱਥੇ ਵੀ ਸੀ, ਬਟ ਇਹਨੂੰ ਆਪਾਂ ਇੰਨਾ ਕੰਸੀਡਰ ਨਹੀਂ ਕਰ ਰਹੇ।
ਤੇ ਇਹਨੂੰ ਆਪਾਂ ਸਿੱਧਾ ਹੀ ਡਿਫਾਈਨ ਕੀਤਾ ਕਿ ਇੱਥੋਂ ਇੱਥੇ ਪਹੁੰਚ ਗਿਆ। ਇਸ ਪੋਰਸ਼ਨ ਦੇ ਵਿੱਚ ਇਹ ਇੱਥੇ ਪਹੁੰਚਿਆ ਹੈ, ਇੱਥੋਂ ਸਟਾਰਟ ਹੋਇਆ ਸੀ, ਬਟ ਇਹ ਪੋਰਸ਼ਨ ਨੂੰ ਮੈਂ ਹਾਈਲਾਈਟ ਕੀਤਾ ਹੈ ਕਿ ਇੱਥੇ ਫਲਕਚੁਏਸ਼ਨ ਸੀ, ਸਮਾਲ ਫਲਕਚੁਏਸ਼ਨ। ਇਹਦੇ ਵਿੱਚ ਫਸਟ ਤੋਂ ਲੈ ਕੇ ਲਾਸਟ ਨੂੰ ਆਪਾਂ ਡਿਫਾਈਨ ਕੀਤਾ ਤੇ ਆਹ ਪੋਰਸ਼ਨ ਹੈ ਜਿਹੜਾ ਇਹਨੂੰ ਆਪਾਂ ਹਾਈਲਾਈਟ ਕੀਤਾ ਹੈ ਕੀ ਕਹਿ ਕੇ, ਸਿਗਨੀਫੀਕੈਂਟ ਇਨਕਰੀਜ਼। ਤੇ ਉਸ ਤੋਂ ਇਲਾਵਾ ਆਪਾਂ ਹੋਰ ਕੁਝ ਵੀ ਡਿਫਾਈਨ ਨਹੀਂ ਕੀਤਾ, ਬਿਲਕੁਲ ਇਹ ਨਾਲ ਦੱਸਿਆ ਕਿ ਇਹ ਹਾਈਐਸਟ ਅਮਾਉਂਟ ਸਪੈਂਡ ਕੀਤਾ ਇਹਨੇ, ਤੇ ਆਸਟ੍ਰੇਲੀਆ ਦੇ ਨਾਲ ਆਪਾਂ ਦੱਸਿਆ ਸੀ, ਆਸਟਰੀਆ ਦੇ ਨਾਲ ਆਪਾਂ ਦੱਸਿਆ ਸੀ ਕਿ ਇਹਨੇ ਲੋਐਸਟ ਅਮਾਉਂਟ ਸਪੈਂਡ ਕੀਤਾ ਹੈ, ਵਾਸ ਦਾ ਸਮੋਲੈਸਟ ਸਪੈਂਡਰ। ਥੋੜੀ ਵੋਕੈਬਲਰੀ ਦੇਖੋ, ਹੁਣ ਆਪਾਂ ਇੱਕ ਵਾਰ ਚੀਜ਼ ਚੈੱਕ ਕਰਦੇ ਹਾਂ, ਕੁਝ ਮੈਂ ਚੀਜ਼ਾਂ ਹਾਈਲਾਈਟ ਕਰ ਰਹਾ, ਦੇਖੋ ਇਨ ਡਿਟੇਲ ਹਾਈਲਾਈਟ ਕੀਤਾ, ਠੀਕ ਹੈ। This was followed by France with regard to other two countries. On the other hand, क्योंकि least value सीगी, however ये मैं दस्या है कि significant growth सी, उन्हें lowest spender सी but significant growth सी, इस करके थे however in addition। सो ये साडे connectors है ਜਿਹੜੇ ਸਾਨੂੰ help ਕਰਦੇ ਆ ਕਿ ਇਹਨੂੰ flow ਦੇ ਵਿੱਚ ਆਪਾਂ use ਕਰੀਏ। ਵੋਕੈਬਲਰੀ ਜੇ ਆਪਾਂ ਦੇਖੀਏ, ਆਪਾਂ ਯੂਰਪੀਅਨ ਨੇਸ਼ਨਸ ਦੀ ਗੱਲ ਕੀਤੀ ਹੈ, ਯੂਰਪੀਅਨ ਕੰਟਰੀਜ਼ ਦੀ ਗੱਲ ਕੀਤੀ, ਆਪਾਂ ਕੰਟਰੀਜ਼ ਦੇ ਨਾਮ ਨਹੀਂ ਦੱਸੇ, ਠੀਕ ਹੈ। ਸਪੈਂਡ ਦ ਹਾਈਐਸਟ ਅਮਾਉਂਟ, ਦਿਸ ਫਿਗਰ ਰੋਜ਼, ਮਾਰਜਨਲ ਡ੍ਰੌਪ 100 million, ਇਨਵੈਸਟਮੈਂਟ, small fluctuation, smallest spender, the smallest spender ਜਿਹੜਾ ਸਭ ਤੋਂ ਘੱਟ ਖਰਚਾ ਕਰੇ, significant growth, comparatively much more। ਸਰ ਸੈਕੰਡ ਪੀਪੀ ਦੀ ਫਰਸਟ ਲਾਈਨ ਸਮਝਾ ਦਿਓ। Second PPT, with regard to other two countries, the investment of Italy on book went up to slightly more than 60 million in 2005, despite a small fluctuation in the first 4 years at 50 million। ਇਹਦਾ ਮਤਲਬ ਹੈ ਕਿ ਜਿਹੜੇ ਇਨਵੈਸਟਮੈਂਟ ਹੈ ਨਾ ਬੁక్స్ ਦੇ ਉੱਤੇ, ਇਹ 60 ਮਿਲੀਅਨ ਤੱਕ ਚਲੀ ਗਈ ਸੀਗੀ 2005 ਤੱਕ, 50 ਮਿਲੀਅਨ ਤੇ ਸਟਾਰਟਿੰਗ ਦੇ 4 ਸਾਲ ਫਲਕਚੁਏਟ ਕਰਨ ਤੋਂ ਬਾਅਦ, ਮਤਲਬ ਕਰਨ ਦੇ ਬਾਵਜੂਦ। ਇੱਥੇ ਡਿਸਪਾਈਟ ਨਾਲੋਂ ਨਾ ਐਕਚੁਅਲੀ ਆਫਟਰਵਰਡ ਯੂਜ਼ ਹੋਣਾ ਹੈ, that would be better। ਹਾਂਜੀ ਬਿਲਕੁਲ, after a small fluctuation in the first 4 years at 50 million। ਬਹੁਤ ਵਧੀਆ ਪੋਰਸ਼ਨ ਬਣਿਆ ਇਹ ਕਿ ਜਿਹੜੀ ਇਨਵੈਸਟਮੈਂਟ ਸੀ ਇਟਲੀ ਦੀ, ਉਹ ਕਿੱਥੇ ਤੱਕ ਪਹੁੰਚ ਗਈ, 60 ਮਿਲੀਅਨ ਪਹੁੰਚ ਗਈ ਸੀ 50 ਮਿਲੀਅਨ ਤੇ ਪਹਿਲੇ 4 ਸਾਲ ਛੋਟੀ ਫਲਕਚੁਏਸ਼ਨ ਤੋਂ ਬਾਅਦ। ਜੇ ਤੁਸੀਂ ਇਦਾਂ ਨਹੀਂ ਲਿਖਣਾ ਤਾਂ ਆਪਾਂ ਇਹ ਵਾਲੀ ਲਾਈਨ ਹੈ ਨਾ, ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ। ਦੇਖੋ ਇਹ ਵਾਲੀ ਲਾਈਨ ਨੂੰ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ਜਿਹਦੇ ਵਿੱਚ ਆਪਾਂ ਆਫਟਰ ਵਾਲੀ ਲਾਈਨ ਨੂੰ ਪਹਿਲਾਂ ਲਿਆਵਾਂਗੇ, ਠੀਕ ਹੈ। After a small fluctuation in the first 4 years at 50 million, the investment of Italy on books went up to slightly more than 60 million in 2005। ਜੇ ਤੁਹਾਨੂੰ ਇਹ ਵਧੀਆ ਲੱਗ ਰਿਹਾ ਆਪਾਂ ਇਹ ਨਾ ਉਹਨੂੰ ਚੇਂਜ ਕਰ ਦਿੰਦੇ ਆ ਇੱਥੇ। ਸਰ ਮੈਂ ਇੱਕ ਚੀਜ਼ ਪੁੱਛਣੀ ਸੀ। ਹਾਂਜੀ ਸਰ ਇਹਨਾਂ ਨੂੰ 2 ਪੈਰਾਗ੍ਰਾਫ ਦੇ ਵਿੱਚ ਕਿੱਦਾਂ ਡਿਵਾਈਡ ਕੀਤਾ, ਕਿਸ ਬੇਸ ਤੇ? ਜਿਹੜਾ ਮੈਂ ਪਹਿਲਾ ਪੋਰਸ਼ਨ ਡਿਵਾਈਡ ਕੀਤਾ ਸੀ ਲੌਜੀਕਲੀ, ਮੈਂ ਇੱਕ ਵਾਰ ਉਹਨੂੰ ਵੀ ਪੂਰਾ ਕਰ ਦੇਣਾ। ਕਿੱਧਰ ਗਿਆ? ਅੱਛਾ ਇੱਧਰ। ਜਿਹੜਾ ਮੈਂ ਪਹਿਲਾ ਕੁਐਸਚਨ ਬਣਾਇਆ ਸੀਗਾ, ਸੋ ਆਹ ਵਾਲਾ ਜਿਹਦੇ ਵਿੱਚ ਇਨ ਡਿਟੇਲ ਆ ਪੋਰਸ਼ਨ ਸੀਗਾ,
ਇਹਦੇ ਦੋਨਾਂ ਦੇ ਵਿੱਚ ਮੈਂ ਹਾਈਐਸਟ ਤੇ ਲੋਐਸਟ ਨੂੰ ਮੇਜਰ ਪਾਰਟ ਐਜ਼ ਅ ਮੇਨ ਹਾਈਲਾਈਟਰ ਰੱਖਿਆ। ਸੋ ਇੱਥੇ ਮੈਂ ਲਿਖਿਆ ਸੀ ਤਾਂ ਹਾਈਐਸਟ ਅਮਾਉਂਟ ਸਪੈਂਡ ਕੀਤੀ ਹੈ ਜਰਮਨੀ ਨੇ, ਤੇ ਉਹਦੇ ਆਪੋਜ਼ਿਟ ਇਸ ਕਰਕੇ ਮੈਂ ਇੱਥੇ ਕਨੈਕਟਰ ਵੀ ਕਿਹੜਾ ਯੂਜ਼ ਕੀਤਾ ਸੀ, ਔਨ ਦੀ ਅਦਰ ਹੈਂਡ ਇੱਥੇ ਜੋ ਸੀਗਾ ਉਹ ਕੌਣ ਸੀਗਾ, ਸਮੋਲੈਸਟ ਸਪੈਂਡਰ। ਸੋ ਇੱਥੇ ਮੈਂ ਹਾਈਐਸਟ ਤੇ ਲੋਐਸਟ ਨੂੰ ਡਿਫਾਈਨ ਕੀਤਾ, ਆ ਹਾਈਐਸਟ ਜਰਮਨੀ ਤੇ ਲੋਐਸਟ ਆਸਟਰੀਆ। ਉਸ ਤੋਂ ਬਾਅਦ ਜਿਹੜੇ ਦੋ ਰਹਿ ਗਏ ਉਹਨੂੰ ਆਪਾਂ ਇਕੱਠਾ ਕਰਤਾ, ਉਹਨੂੰ ਮੈਂ ਡਿਫਾਈਨ ਕੀਤਾ ਕਿ ਉਹਨਾਂ ਦੋਨਾਂ ਨੇ ਮੋਡਰੇਟ ਅਮਾਉਂਟ ਆਫ ਮਨੀ ਸਪੈਂਡ ਕੀਤੀ ਸੀਗੀ। ਸਮਝ ਆ ਰਿਹਾ ਕਿ ਨਹੀਂ? ਮਤਲਬ ਮੈਂ ਇਦਾਂ ਕੀਤਾ, ਹਾਈਐਸਟ ਤੇ ਲੋਐਸਟ ਅਲੱਗ, ਉਹ ਅਲੱਗ ਕਰਤੇ ਆਪਾਂ, ਤੇ ਜਿਹੜਾ ਵਿੱਚ ਸੀਗੇ ਮੋਡਰੇਟ ਉਹਨੂੰ ਆਪਾਂ ਅਲੱਗ ਡਿਫਾਈਨ ਕਰਤਾ। ਓਕੇ ਸਰ, ਠੀਕ ਆ। ਤੇ ਇਸ਼ੂ ਸਿਰਫ ਇਹ ਸੀ ਕਿ ਬੰਦਾ ਕਹਿੰਦੇ ਕਿ ਇਹ ਸਮਹਾਉ ਆਪਾਂ ਇਹਨਾਂ ਯੂਜ਼ ਨਹੀਂ ਕੀਤਾ, ਤੇ ਉਹਨਾਂ ਨੂੰ ਮੈਨੂੰ ਲੱਗ ਰਿਹਾ ਸਮਝ ਨਹੀਂ ਆਇਆ ਕਿ ਮੋਡਰੇਟ ਅਮਾਉਂਟ ਕਿਹਨੂੰ ਕਹਿੰਦੇ। ਮੋਡਰੇਟ ਅਮਾਉਂਟ Okay, ਮਤਲਬ ਜਿਹੜਾ ਮਤਲਬ ਗੱਬੇ ਜਿੱਦਾਂ- ਹੋਵੇ ਵਿੱਚ ਵਿਚਾਲੇ, ਉਹ ਮੋਡਰੇਟ ਹੁੰਦਾ ਹੈ ਹਮੇਸ਼ਾ। ਸਰ ਜਿੱਦਾਂ ਕਿ ਜਿੱਦਾਂ ਹਾਈਐਸਟ ਮਤਲਬ ਸਾਰੇ ਇਨਕਰੀਜ਼ਿੰਗ ਟ੍ਰੈਂਡ ਹੋਣ ਤੇ ਉਹਦੇ ਵਿੱਚ ਫਿਰ ਆਪਾਂ ਇਦਾਂ ਹਾਈਐਸਟ ਤੇ ਉਹਨਾਂ ਚੋਂ ਹਾਈਐਸਟ ਲੋਐਸਟ ਲੱਗ ਗਈ ਤੇ ਦੂਸਰੇ ਮੋਡਰੇਟ ਅਲੱਗ ਵਾਲਾ ਪੈਰਾਗ੍ਰਾਫ ਬਣਾ ਸਕਦੇ ਹਾਂ। ਬਿਲਕੁਲ ਆਪਾਂ ਇਦਾਂ ਕਰ ਸਕਦੇ ਹਾਂ, ਹਾਈਐਸਟ ਲੋਐਸਟ ਨੂੰ ਅਲੱਗ ਕਰਤਾ ਤੇ ਬਾਕੀ ਜਿਹੜੀ ਵੈਲਿਊ ਅਲੱਗ ਕਰਤੀਆਂ ਮਿਡਲ ਵਾਲੀਆਂ। ਓਕੇ ਸਰ, ਕੱਲ ਵੀ ਮੇਰੇ ਕੋਲ ਦੇਖ ਕੀਤਾ ਸੀਗਾ ਨਾ, ਕੱਲ ਵੀ ਸਾਰੇ ਇਨਕਰੀਜ਼ਿੰਗ ਸੀਗੇ ਪਰ ਉਹਨਾਂ ਚ ਬਣਦਾ ਸੀਗਾ ਸੈਪਰੇਟ ਪੈਰਾਗ੍ਰਾਫ। ਓਕੇ, ਕੱਲ ਆਪਾਂ ਆਈ ਥਿੰਕ ਫਰੂਟਸ ਐਂਡ ਵੈਜੀਟੇਬਲਸ ਵਾਲਾ ਕੁਐਸਚਨ ਕੀਤਾ ਸੀ, ਉਹੀ ਸੀਗਾ ਨਾ, ਫਰੂਟਸ ਐਂਡ ਵੈਜੀਟੇਬਲਸ ਵਾਲਾ ਸੀ ਕਿ ਕੋਈ ਹੋਰ ਸੀਗਾ? ਹਾਂਜੀ ਸਰ। ਕੀਤੀ ਸਰ। ਓਕੇ, ਤੇ ਠੀਕ ਹੈ, ਇਹਦੇ ਵਿੱਚ ਆਪਾਂ ਇਦਾਂ ਕੀਤਾ। ਤੇ ਉਸ ਤੋਂ ਬਾਅਦ ਕਿਉਂਕਿ ਇਹ ਕੰਬਾਈਨ ਸੈਂਟੈਂਸ ਬਣ ਰਿਹਾ ਸੀ, ਮੈਂ ਕੰਪਾਊਂਡ ਸੈਂਟੈਂਸ ਬਣ ਰਿਹਾ ਸੀ, ਮੈਂ ਇਕੱਠਾ ਕਰ ਦਿੱਤਾ, ਇਹਨਾਂ ਦੋਨਾਂ ਦੀ ਵੈਲਿਊ ਇਕੱਠੀ ਦੱਸਤੀ। ਉਸ ਤੋਂ ਬਾਅਦ ਫਰਾਂਸ ਨੂੰ ਮੈਂ ਅਲੱਗ ਕਰਤਾ ਨੈਕਸਟ ਟਾਈਮ ਤੋਂ, ਤੇ ਇਟਲੀ ਅਲੱਗ ਹੋ ਗਿਆ। ਫਿਰ ਆਪਾਂ ਓਵਰਆਲ ਡਿਫਾਈਨ ਕੀਤਾ। ਇਹਦੇ ਵਿੱਚ ਆਪਾਂ ਕੀ ਕੀਤਾ, ਸਰ ਜਿਹੜਾ ਹੁਣ ਲੈ ਕੇ ਇਹ ਚਾਹੀਦਾ ਸਰ। ਜਿਹੜਾ ਬਾਅਦ ਚ ਲਿਖਿਆ? ਹਾਂਜੀ ਸਰ। ਓਕੇ, ਸੋ ਇਹਦੇ ਵਿੱਚ ਆਪਾਂ ਇੰਟਰੋਡਕਸ਼ਨ ਲਿਖੀ, ਉਸ ਤੋਂ ਬਾਅਦ ਜਰਮਨੀ ਸੇਮ ਪੋਰਸ਼ਨ, ਉਸ ਤੋਂ ਬਾਅਦ ਆਪਾਂ ਫਰਾਂਸ ਦੀ ਗੱਲ ਕੀਤੀ ਜੋ ਕਿ ਸੈਕੰਡ ਨੰਬਰ ਤੇ ਸੀ। ਉਹਦੇ ਵਿੱਚ ਕੋਈ ਖਾਸ ਦੱਸਣ ਲਈ ਨਹੀਂ ਸੀਗਾ, ਸਿਰਫ ਸਿੱਧਾ ਇਨਕਰੀਜ਼ ਹੋਇਆ 655 ਤੋਂ 75 ਮਿਲੀਅਨ। ਤੇ ਜੇ ਆਪਾਂ ਬਾਕੀ ਦੋ ਕੰਟਰੀਜ਼ ਦੀ ਗੱਲ ਕਰੀਏ, ਉਹ ਚ ਥੋੜੀ ਜਿਹੀ ਜੋ ਆਪਾਂ ਚੀਜ਼ ਦੱਸੀ ਉਹ ਇਹ ਕਿ ਉਹ ਇਨਵੈਸਟਮੈਂਟ ਫਲਕਚੁਏਸ਼ਨ ਸੀਗੀ, ਉਹ ਚ ਇੱਕ ਉਹ ਹਾਈਲਾਈਟ ਕੀਤਾ ਪਹਿਲੇ 4 ਸਾਲਾਂ ਦੇ ਵਿੱਚ 50 ਮਿਲੀਅਨ ਦੇ ਕਰੀਬ ਥੋੜੀ ਫਲਕਚੁਏਸ਼ਨ ਸੀ ਛੋਟੀ। ਤੇ ਆਸਟਰੀਆ ਜੋ ਕਿ ਸਮਾਲੈਸਟ ਸਪੈਂਡਰ ਸੀਗਾ, ਤੇ ਉਹਦੇ ਵਿੱਚ ਕੁਝ ਸਿਗਨੀਫੀਕੈਂਟ ਗਰੋਥ ਸੀਗਾ, ਉਹਨੂੰ ਆਪਾਂ ਹਾਈਲਾਈਟ ਕੀਤਾ। ਬਸ, ਤੁਸੀਂ ਇਹਨੂੰ ਕਿੱਦਾਂ ਵੀ ਲਿਖ ਸਕਦੇ ਹੋ, ਡਸਨਟ ਮੈਟਰ। ਕਲੀਅਰ ਹੋ ਗਿਆ? ਹੁਣ ਕੁਝ ਪੁੱਛਣਾ ਹੈ, ਪੁੱਛ ਸਕਦੇ। ਹੈਲੋ, ਪੁੱਛ ਲਓ ਕੁਝ ਤੇ ਪੁੱਛਣਾ ਹੁੰਦਾ ਕਿ ਨਹੀਂ? ਕਲੀਅਰ ਹੋ ਗਿਆ? ਇਹਨਾਂ ਤਾਂ ਦੱਸ ਦੋ ਫਿਰ ਕਲੀਅਰ ਹੋ ਗਿਆ। ਹੋ ਗਿਆ ਹੋ ਗਿਆ ਸਰ। ਹੋ ਗਿਆ ਕਲੀਅਰ। ਅੱਛਾ, ਹੁਣ ਸਾਰਿਆਂ ਤੋਂ ਮੈਂ ਇੱਕ ਕੁਐਸਚਨ ਹੋਰ ਪੁੱਛਣ ਲੱਗਾ, ਉਹ ਵੀ ਮੈਨੂੰ ਸਿਰਫ ਦੱਸਣਾ ਹੈ ਕਿ ਤੁਹਾਡੇ ਹਿਸਾਬ ਨਾਲ ਪਹਿਲਾ ਆਨਸਰ ਵਧੀਆ ਸੀ ਕਿ ਸੈਕੰਡ ਆਨਸਰ ਵਧੀਆ ਸੀ? ਸਰ ਸੈਕਿੰਡ ਵਧੀਆ ਸੀ। Second, sir. ਬਾਕੀ ਵੀ ਦੱਸ ਦੋਨੇ ਹੀ ਵਧੀਆ ਸੀਗੇ ਜੀ। ਸਰ ਦੋਨੋਂ ਵਧੀਆ ਸੀਗੇ। ਓਕੇ, ਮਿਸ ਵਰਸ਼ਾ? ਸਰ ਦੋਨੇ ਵਧੀਆ ਆ। ਹਰਪ੍ਰੀਤ? ਉਹ ਹੈਪੀ, ਸੌਰੀ। ਸਰ ਸਹੀ ਆ, ਦੋਨੇ ਸਹੀ ਆ, ਪਰ ਮੈਨੂੰ ਸੈਕਿੰਡ ਵਾਲਾ ਜ਼ਿਆਦਾ ਵਧੀਆ ਲੱਗਿਆ ਸਰ। ਓਕੇ, ਸੈਕੰਡ ਵਾਲਾ ਠੀਕ ਹੈ। ਚਲੋ ਆਪਾਂ ਤੁਹਾਨੂੰ ਸਮਝ ਆ ਗਿਆ ਨਾ ਕਿੱਦਾਂ ਆਪਾਂ ਕਰਨਾ ਹੈ? ਹਾਂਜੀ ਸਰ। ਪੱਕਾ? ਤੇ ਇਹ ਜਿਹੜੀਆਂ ਹੋਰ ਦੋ ਹਾਂਜੀ, ਵੀਡੀਓਜ਼ ਆ ਉਹ ਵੀ ਹਾਂਜੀ। ਤੁਸੀਂ ਦੇਖਿਓ, ਕਿਉਂਕਿ ਤੁਹਾਡਾ ਦੋਸਤ ਨਹੀਂ ਆਇਆ ਅੱਜ। ਉਹ ਸਰ ਡਾਕਟਰ ਆ, ਉਹ ਕੰਮ ਤੇ ਲੱਗਿਆ ਹੋਣਾ। ਅੱਛਾ, ਓਕੇ, ਠੀਕ ਹੈ। ਉਹਨਾਂ ਨੇ ਉਹਦਾ ਅਟੈਂਡ ਨਹੀਂ ਕਰਨੀ ਕਲਾਸ ਸ਼ਾਮ ਨੂੰ? ਸ਼ਾਮ ਨੂੰ ਸਰ ਪਤਾ ਨਹੀਂ, ਉਹਨੂੰ ਪੁੱਛ ਲੈਣਾ ਸਰ ਇੱਕ ਵਾਰ। ਚਲੋ ਕੋਈ ਗੱਲ ਨਹੀਂ। ਸੋ ਠੀਕ ਹੈ, ਫਿਰ ਹੁਣ ਮੈਂ ਆਫ ਕਰ ਰਿਹਾ ਅੱਜ।